ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਧੰਨ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਵਾਹਿਗੁਰੂ ਧੰਨ ਵਾਹਿਗੁਰੂ। ਧਨਾਸਰੀ ਮਹਲਾ ਪੰਜਵਾ। ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਿਮਾਨੀ। ਰਾਜਾ ਜਾਨੈ ਸਗਲ ਰਾਜ ਹਮਰਾ। ਤਿਉ ਹਰਿ ਜਨ ਟੇਕ ਸੁਆਮੀ। ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਿਮਾਨੀ। ਰਾਜਾ ਜਾਨੈ ਸਗਲ ਰਾਜ ਹਮਰਾ। ਤਿਉ ਹਰਿ ਟੇਕ ਸੁਆਮੀ। ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿਤ ਤੈਸਾ ਹੋਏ ਵਰਤੈ। ਆਪਣਾ ਬਲ ਨਹੀਂ ਹਾਰੈ ਰਹਾਉ। ਆਨ ਤਿਆਗ ਪਇਕ ਆਸਰ ਸਰਣ ਸਰਣ ਕਰ ਆਏ। ਸੰਤ ਅਨੁਗ੍ਰਹਿ ਪਏ ਮਨ ਨਿਰਮਲ। ਨਾਨਕ ਹਰਿ ਗੁਣ ਗਾਏ। ਆਨ ਤਿਆਗ ਪਇਕ ਆਸਰ ਸਰਣ ਸਰਣ ਕਰ ਆਏ। ਸੰਤ ਅਨੁਗ੍ਰਹਿ ਪਏ ਮਨ ਨਿਰਮਲ। ਨਾਨਕ ਹਰਿ ਗੁਣ ਗਾਏ। ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਆਪ ਸਭ ਸੰਗਤ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਪੜ੍ਹ ਸੁਣ ਸੇਵਾ ਅਤੇ ਸਿਮਰਨ ਕਰ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਕੋਟਾਨ ਕੋਟ ਧੰਨਵਾਦ। ਚਵਰ ਛਤਰ ਤਖਤ ਦੇ ਮਾਲਿਕ ਸਰਬ ਸਾਂਝੇ ਰਹਿਬਰ ਜਗਤ ਗੁਰੂ ਗਿਆਨ ਗੁਰੂ ਸਰਬ ਲੋਕਾਈ ਨੂੰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਗੁਰਮਤਿ ਵਿਚਾਰਾਂ ਆਰੰਭ ਕਰੀਏ। ਸਮੂਹ ਸੰਗਤ ਪ੍ਰੇਮ ਸਾਹਿਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਸਾਨੂੰ ਇਸ ਸੁਹਾਵਣੇ ਸਮੇਂ ਦੀ ਬਖਸ਼ਿਸ਼ ਹੋਈ ਹੈ। ਸੁਹਾਵਣਾ ਸਮਾਂ ਇਹ ਅੰਮ੍ਰਿਤ ਵੇਲਾ ਉਹਨਾਂ ਵਾਸਤੇ ਹੈ ਜੋ ਗੁਰੂ ਪਿਆਰ ਵਾਲੇ ਗੁਰਮਤਿ ਦੇ ਨਾਲ ਆਪਣੀ ਸਾਂਝ ਰੱਖਦੇ ਨੇ। ਗੁਰਮਤਿ ਦੇ ਨਾਲ ਸਾਂਝ ਰੱਖਣੀ, ਗੁਰੂ ਚਰਨਾਂ ਵਿੱਚ ਜੁੜਨਾ, ਧਿਆਨ ਧਰਨਾ, ਗੁਰੂ ਦੀ ਯਾਦ ਵਿੱਚ ਸਮਾਂ ਬਿਤਾਉਣਾ, ਇਹ ਸੰਗਤ ਜੀ ਜਗਤ ਸੰਸਾਰ ਬ੍ਰਹਿਮੰਡ 'ਤੇ ਬਹੁਤ ਵੱਡਾ ਹੈ, ਪਰ ਇਸ ਮਾਰਗ 'ਤੇ ਬਿਰਲੇ ਜਨ ਪ੍ਰੇਮ ਵਾਲੇ ਹੀ ਚੱਲਦੇ ਨੇ। ਇਸ ਮਾਰਗ 'ਤੇ ਚੱਲਣਾ ਗੁਰੂ ਸਾਹਿਬ ਨੇ ਕਿਹਾ ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਸਾਹਿਬ ਨੇ ਕਿਹਾ ਮਨ ਵੇਚੈ ਸਤਿ ਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰੂ ਸਾਹਿਬ ਕਹਿੰਦੇ ਸੇਵਾ ਉਹਨਾਂ ਦੀ ਸਫਲੀ ਹੈ ਜਿਹੜੇ ਨਹਕਾਮੀ ਭਾਵ ਜਿਨ੍ਹਾਂ ਦੇ ਜੀਵਨ ਵਿੱਚ ਸੇਵਾ ਦਾ ਮਨੋਰਥ ਕਰਕੇ ਹਉਮੈ ਨਾ ਹੋਵੇ, ਜਿਨ੍ਹਾਂ ਦਾ ਜੀਵਨ ਸੌਰ ਜਾਏ, ਜੀਵਨ ਵਿੱਚ ਬਦਲਾਵ ਆ ਜਾਵੇ। ਜੇ ਸੰਗਤ ਜੀ ਜੀਵਨ ਦੇ ਵਿੱਚ ਬਦਲਾਵ ਨਾ ਆਇਆ, ਕਰਮ ਉਸੇ ਤਰ੍ਹਾਂ ਦੇ ਹੀ ਰਹੇ, ਫਿਰ ਸਮਝੋ ਨਾਮ ਦਾ ਰੰਗ ਹੈ ਜਿਹੜਾ ਇਹ ਸਾਡੇ 'ਤੇ ਨਹੀਂ ਚੜ੍ਹਿਆ। ਔਖਾ ਨਾਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ। ਇਹ ਗੱਲ ਵੱਖਰੀ ਹੈ
ਵੀ ਉਸ ਪਰਮਾਤਮਾ ਦੀ ਅਸੀਂ ਯਾਦ ਵਿੱਚ ਜੁੜਦੇ ਹਾਂ, ਗੁਣ ਗਾਉਂਦੇ ਹਾਂ ਅਤੇ ਅਰਦਾਸ ਇਹੋ ਹੀ ਕਰਿਆ ਕਰੀਏ, ਦਾਤਾਰ ਪਾਤਸ਼ਾਹ ਰਹਿਮਤ ਕਰਕੇ ਸਾਨੂੰ ਆਪਣੇ ਸਿੱਖੀ ਅਤੇ ਸੇਵਕੀ ਸਿਦਕ ਭਰੋਸੇ ਦੇ ਰੰਗਾਂ ਵਿੱਚ ਰੰਗ ਲੈ। ਇਹ ਦਾਤਾਰ ਪਾਤਸ਼ਾਹ ਤੂੰ ਕਰ ਸਕਦਾ ਹੈ, ਕਿਉਂਕਿ ਮੈਂ ਆਪਣਾ ਮਨ ਤੈਨੂੰ ਵੇਚਣਾ ਚਾਹੁੰਦਾ ਹਾਂ। ਤੂੰ ਵਪਾਰੀ ਬਣ, ਤੂੰ ਵਪਾਰੀ ਹੈ, ਮੇਰੇ ਮਨ ਨੂੰ ਤੂੰ ਖਰੀਦ। ਇਹ ਮਨ ਤੇਰੀ ਪਕੜ ਵਿੱਚ ਆ ਸਕਦਾ ਹੈ, ਕਿਸੇ ਡਾਕਟਰ ਵੈਦ ਦੀ ਪਕੜ ਵਿੱਚ ਇਹ ਮਨ ਨਹੀਂ ਆਉਂਦਾ। ਇਹ ਮਨ ਬੜਾ ਚਾਤਰ ਹੈ, ਬੜਾ ਚਲਾਕ ਹੈ, ਬੜੀ ਦੂਰ ਨਿਕਲ ਜਾਂਦਾ ਹੈ। ਇਸ ਕਰਕੇ ਦਾਤਾਰ ਪਾਤਸ਼ਾਹ ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇ ਪੂਰੀ ਕਿਰਪਾ ਤੁਹਾਡੀ ਹੋ ਜਾਏ ਤੇ ਮਨ ਵਸ ਆ ਜਾਏ ਤੇ ਪਾਤਸ਼ਾਹ ਅਸੀਂ ਤੇ ਅਰਦਾਸ ਕਰ ਸਕਦੇ ਹਾਂ, ਤੁਹਾਡੇ ਅੱਗੇ ਆਪਣੇ ਔਗਣਾਂ ਨੂੰ ਭੇਟਾ ਕਰ ਸਕਦੇ ਹਾਂ। ਧਨ ਭੇਟਾ ਕਰਦੇ ਹਾਂ ਗੁਰੂ ਚਰਨਾਂ ਵਿੱਚ। ਕਿਉਂ ਦਾਤਾਰ ਪਾਤਸ਼ਾਹ ਅਸੀਂ ਖਾਲੀ ਹੱਥ ਤੁਹਾਨੂੰ ਨਤਮਸਤਕ ਨਹੀਂ ਕਰਦੇ, ਤੁਹਾਡੇ ਦਰ 'ਤੇ ਆਏ ਹਾਂ, ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਛ ਭੇਟਾ ਆਪ ਜੀ ਦੇ ਅੱਗੇ ਅਰਪਣ ਕਰ ਦਿੱਤੀ। ਤੇ ਸੰਗਤ ਜੀ, ਅਸਲ ਦੇ ਵਿੱਚ ਗੁਰੂ ਸਾਹਿਬ ਦੇ ਦਰ 'ਤੇ ਭੇਟਾ ਕੀ ਕਰੀਏ, ਕਿਹੜੀਆਂ ਭੇਟਾਵਾਂ ਲੈ ਕੇ ਆਈਏ? ਉਹ ਭੇਟਾਵਾਂ ਵੀ ਨੇ, ਗੁਰੂ ਅੱਗੇ ਭੇਟਾ ਕਰ ਦਈਏ ਆਪਣਾ ਮਨ, ਗੁਰੂ ਨੂੰ ਭੇਟਾ ਕਰ ਦਈਏ ਆਪਣੇ ਔਗਣ, ਗੁਰੂ ਨੂੰ ਭੇਟਾ ਕਰ ਦਈਏ ਆਪਣੀ ਹਉਮੈ ਹੰਕਾਰ। ਪਾਤਸ਼ਾਹ ਇਹ ਮੈਂ ਭੇਟਾ ਕਰਨ ਵਾਸਤੇ ਆਇਆ, ਤੁਸੀਂ ਇਹ ਮੇਰੇ ਔਗਣ ਆਪਣੇ ਪਾਸ ਰੱਖੋ ਤੇ ਮੈਨੂੰ ਕੀ ਦਿਓ? ਗੁਣ। ਤੇ ਸਤਿਗੁਰਾਂ ਨੇ ਇਹ ਲਿਖ ਕੇ ਦੇ ਦਿੱਤਾ। ਜਿਸ ਦਿਨ ਅਸੀਂ ਗੁਰੂ ਅੱਗੇ ਅਰਦਾਸ ਇਹ ਕਰ ਦਿੱਤੀ, ਗੁਣਵੰਤਿਆ ਗੁਣ ਦੇ, ਇਹ ਗੁਣਾਂ ਦੇ ਮਾਲਕ ਅਸੀਂ ਨਿਰਗੁਣ ਹਾਂ, ਮੋਹਿ ਨਿਰਗੁਣ ਤੁਮ ਦਾਤਾਰੇ, ਤੁਸੀਂ ਦਾਤੇ ਹੋ, ਅਸੀਂ ਨਿਰਗੁਣ ਹਾਂ। ਨਿਰਗੁਣ ਦੇ ਵਿੱਚ ਪਾਤਸ਼ਾਹ ਤੁਸੀਂ ਸਰਗੁਣ ਹੋ, ਸਾਰੇ ਗੁਣਾਂ ਦੇ ਮਾਲਕ, ਕੁਝ ਗੁਣ ਪਾ ਦਿਓ ਤੇ ਤੁਹਾਡੇ ਗੁਣ ਮਿਲ ਜਾਣ ਤੇ ਜੀਵਨ ਸਫਲ ਹੋ ਜਾਏ। ਸੋ ਸੰਗਤ ਜੀ, ਇਸ ਕਰਕੇ ਬਾਣਾ ਅੰਮ੍ਰਿਤ ਖੰਡੇ ਬਾਟੇ ਦਾ ਤੇ ਬਾਣੀ ਉਸ ਅਕਾਲ ਦੀ, ਜਿਵੇਂ ਗੁਰੂ ਸਾਹਿਬ ਨੇ ਕਿਹਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇਹ ਸਿੱਖ ਵਾਸਤੇ ਜ਼ਰੂਰੀ ਹੈ। ਤੇ ਆਓ ਗੁਰੂ ਕੇ ਮੁਬਾਰਕ ਵਚਨ ਦੀ ਵਿਚਾਰ ਗੁਰੂ ਸਾਹਿਬ ਅੱਜ ਦੇ ਹੁਕਮਨਾਮਿਆਂ ਵਿੱਚ ਕੀ ਸਮਝਾਉਂਦੇ ਨੇ। ਪਾਵਨ ਅੰਗ 679, ਪਾਵਨ ਰਾਗ ਧਨਾਸਰੀ ਰਾਗ। ਇਹ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਸ਼ਾਂਤੀ ਦੇ ਸੋਮੇ, ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਦੇ ਰਚਨਹਾਰ, ਤਤੀਆਂ ਤਵੀਆਂ 'ਤੇ ਅਡੋਲ ਬੈਠਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸੋ ਅੱਜ ਦੇ ਜਿਹੜੇ ਪਾਵਨ ਪਵਿੱਤਰ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤੇ ਹੈ, ਇਹ ਪਾਵਨ ਸ਼ਬਦ ਬਹੁਤ ਸਾਰੇ ਔਗਣ ਹਾਰਿਆਂ 'ਤੇ ਚੋਟ ਕਰਦੇ ਨੇ। ਤੇ ਸੰਗਤ ਜੀ, ਜਿਨ੍ਹਾਂ ਨੇ ਇਹ ਸ਼ਬਦ ਨੂੰ ਸਹਿ ਲਿਆ, ਉਹ ਸਮਝੋ ਗੁਰੂ ਦੇ ਦਾਸ ਬਣ ਜਾਣਗੇ, ਉਹ ਆਪਣਾ ਜੀਵਨ ਸਵਾਰ ਲੈਣਗੇ। ਗੁਰੂ ਸਾਹਿਬ ਨੇ ਜਦੋਂ ਇਹ ਕਿਸੇ ਦੇ ਬਾਬਤ ਸ਼ਬਦ ਉਚਾਰਿਆ ਹੋਵੇਗਾ ਤੇ ਉਹ ਹਿਰਦਾ ਕੋਮਲ ਹੋ ਗਿਆ ਹੋਣਾ, ਉਹ ਹਿਰਦਾ ਧਨ ਧਨ ਹੋ ਗਿਆ ਹੋਣਾ। ਤੇ ਅਸੀਂ ਵੀ ਆਪਣੇ ਹਿਰਦਿਆਂ ਨੂੰ, ਆਪਣੇ ਜੀਵਨ ਨੂੰ ਧਨ ਧਨ ਕਰ ਲਈਏ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ।
ਦਰਬਵੰਤ ਦਰਬ ਦੇਖ ਗਰਬੈ ਭੂਮਬੰਤ ਅਭਿਮਾਨੀ। ਧੰਨ ਸਤਿਗੁਰੂ ਜੀ ਕਹਿੰਦੇ ਨੇ ਦਰਬਵੰਤ। ਦਰਬਵੰਤ ਦੇ ਅਰਥ ਨੇ ਧਨ ਵਾਲਾ ਮਨੁੱਖ, ਧਨੀ, ਜਿਹਦੇ ਕੋਲ ਬਹੁਤ ਸਾਰਾ ਧਨ ਪਿਆ। ਉਸ ਧਨ ਨੂੰ ਦੇਖ ਦੇਖ ਕੇ ਅੰਦਰ ਗਰਭ ਪੈਦਾ ਹੋ ਰਿਹਾ ਹੈ। ਗਰਭ ਤੋਂ ਭਾਵ ਕੀ ਹੈ? ਹਉਮੈ, ਹੰਕਾਰ ਪੈਦਾ ਹੋ ਰਿਹਾ ਹੈ ਵੀ ਮੇਰੇ ਕੋਲ ਬੜਾ ਧਨ ਹੈ। ਦਰਬਵੰਤ ਦਰਬ ਦੇਖ ਗਰਭੈ। ਗਰਭੈ ਭਾਵ ਆਪਣੇ ਅੰਦਰ ਹਉਮੈ ਪੈਦਾ ਹੋ ਜਾਣੀ ਵੀ ਮੇਰੇ ਵਰਗਾ ਕੌਣ? ਮੇਰੇ ਕੋਲ ਬੜਾ ਧਨ ਹੈ, ਬੇਸ਼ੁਮਾਰ ਧਨ ਦਾ ਮੈਂ ਮਾਲਕ ਹਾਂ। ਤੇ ਫਿਰ ਅਗਲੀ ਸਤਿਗੁਰਾਂ ਨੇ ਜਿਹੜੀ ਗੱਲ ਲਿਖੀ ਹੈ, ਕਹਿੰਦੇ ਭੂਮਬੰਤ ਅਭਿਮਾਨੀ। ਜਿਹਦੇ ਕੋਲ ਬਹੁਤ ਜ਼ਿਆਦਾ ਭੂਮ ਭਾਵ ਜ਼ਮੀਨ ਜਾਇਦਾਦ, ਧਰਤੀ ਦਾ ਮਾਲਕ, ਕੁਛ ਉਹਦੇ ਹਿੱਸੇ ਧਰਤੀ ਦਾ ਟੁਕੜਾ ਜ਼ਮੀਨ ਆ ਗਈ ਤੇ ਉਹਨੂੰ ਵੀ ਹੰਕਾਰ ਹੋ ਜਾਂਦਾ ਹੈ। ਇਹ ਗੱਲ ਨਹੀਂ ਵੀ ਸਾਰੇ ਇੱਕੋ ਜਿਹੇ ਨੇ। ਮੈਂ ਪਹਿਲਾਂ ਵੀ ਆਪ ਜੀ ਨਾਲ ਇਹ ਕਥਾ ਸਾਂਝੀ ਕਰਦਾ ਹਾਂ ਵੀ ਇਸ ਜਗਤ ਦੇ ਵਿੱਚ ਇਹ ਕਹਿ ਲਓ ਵੀ ਵੱਡੇ ਵੱਡੇ ਟਰਾਂਸਪੋਰਟਰ, ਬਹੁਤ ਬਹੁਤ ਵੱਡੀਆਂ ਮਲਕੀਅਤਾਂ ਦੇ ਮਾਲਕ, ਜਿਨ੍ਹਾਂ ਨੂੰ ਇਹ ਵੀ ਚੇਤਾ ਨਹੀਂ ਰਹਿੰਦਾ ਵੀ ਮੇਰੀ ਟਰਾਂਸਪੋਰਟਰ ਨੂੰ ਸੰਭਾਲ ਕੌਣ ਰਿਹਾ, ਕਿੰਨੇ ਬੰਦੇ ਕੰਮ ਕਰਦੇ ਨੇ, ਤੇ ਉਹਨਾਂ ਦੇ ਧਨ ਦੀ ਕਮੀ ਕੋਈ ਨਹੀਂ, ਤੇ ਉਹ ਸੇਵਾ ਤੇ ਸਿਮਰਨ ਵਿੱਚ ਸਮਾਂ ਬਿਤਾ ਰਹੇ ਨੇ। ਸੇਵਾ ਤੇ ਸਿਮਰਨ ਵਿੱਚ ਸਮਾਂ ਬਿਤਾ ਰਹੇ ਨੇ। ਦੇਖੋ, ਤੇ ਬਹੁਤੇ ਐਸੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਥੋੜ੍ਹਾ ਬਹੁਤਾ ਦੇ ਦਿੱਤਾ ਤੇ ਉਹ ਫਿਰ ਕਿਸੇ ਗਰੀਬ ਤੇ ਰੋਹਬ ਮਾਰ ਕੇ ਵੱਡੇ ਬਣੀ ਜਾਂਦੇ ਨੇ। ਸਤਿਗੁਰਾਂ ਨੇ ਇਹ ਵੀ ਕਿਹਾ, ਗਰੀਬਾਂ ਉੱਪਰ ਜੇ ਖਿੰਚੈ ਦਾੜੀ, ਪਾਰ ਬ੍ਰਹਮ ਤਿਨ ਅਗਨ ਮੈਂ ਸਾੜੀ। ਕਹਿੰਦੇ ਜੇ ਕੋਈ ਕਿਸੇ ਗਰੀਬੜੇ ਤੇ ਆਕੜ ਕਰਦਾ ਹੈ, ਆਪਣੀ ਹਉਮੈ ਪ੍ਰਗਟ ਕਰਦਾ ਹੈ, ਤਾਂ ਉਹ ਬਖਸ਼ਿਆ ਨਹੀਂ ਜਾਏਗਾ। ਪਾਰ ਬ੍ਰਹਮ ਪ੍ਰਮਾਤਮਾ ਨੇ ਉਹਨੂੰ ਦੋਜ਼ਖ ਦੀ ਅੱਗ ਵਿੱਚ ਸਾੜਨਾ ਹੈ। ਇਹ ਸਦਾ ਸਰੀਰ ਨੇ ਇਸ ਤਰ੍ਹਾਂ ਦਾ ਨਹੀਂ ਰਹਿਣਾ। ਕਦੇ ਸਾਡਾ ਬਚਪਨ ਸੀ, ਫਿਰ ਜਵਾਨੀ ਆਈ, ਜਵਾਨੀ ਵਾਲਾ ਸਮਾਂ ਲੰਘਿਆ ਤੇ ਬੁਢੇਪਾ ਆ ਗਿਆ। ਹੋ ਸਕਦਾ ਹੈ ਤੇਰੇ ਕੁਝ ਕਰਮ ਤੈਨੂੰ ਸਦਾ ਸੁਖੀ ਰੱਖਣ, ਹੋ ਸਕਦਾ ਤੇਰੇ ਕੁਝ ਕਰਮ ਤੈਨੂੰ ਦੁਖੀ ਕਰ ਦੇਣ। ਇਸ ਕਰਕੇ ਕਰਮ ਕਰਨ ਲੱਗਿਆ ਸੋਚ ਸਮਝ ਕੇ, ਮਨ ਹਾਲੀ ਕਿਰਸਾਣੀ। ਜੇ ਤੂੰ ਜ਼ਮੀਨ ਦਾ ਮਾਲਕ ਹੈ, ਅਭਿਮਾਨ ਨਾ ਕਰ, ਹੰਕਾਰ ਨਾ ਕਰ। ਇੱਥੇ ਕੌਰੂ ਬਾਦਸ਼ਾਹ ਵਰਗੇ, ਇੱਥੇ ਸਿਕੰਦਰ ਬਾਦਸ਼ਾਹ ਵਰਗੇ ਸੰਸਾਰ ਵਿੱਚ ਆਏ ਤੇ ਆਖਰ ਖਾਲੀ ਹੱਥ ਜਾਂਦੇ ਰਹੇ। ਫਿਰ ਤੂੰ ਕਿਹੜੇ ਬਾਗ ਦੀ ਮੂਲੀ ਹੈ? ਇੱਕ ਦਿਨ ਜਾਣਾ ਹੈ, ਜਾਣ ਤੋਂ ਪਹਿਲਾਂ ਕਰਮ ਐਸੇ ਕਰ ਜਿਨ੍ਹਾਂ ਕਰਮਾਂ ਕਰਕੇ ਤੇਰੇ ਜਾਣ ਤੋਂ ਬਾਅਦ ਵੀ ਤੇਰੇ ਕਰਮਾਂ ਦੀ ਗੱਲ ਹੋਵੇ, ਤੇਰੇ ਜਿਉਏ ਹੋਏ ਜੀਵਨ ਦੀ ਗੱਲ ਹੋਵੇ। ਤੂੰ ਲੰਘ ਜਾਵੇਂ ਤੇ ਦੁਨੀਆਦਾਰ ਕਹਿਣ, ਹਾਂ ਕੋਈ ਭਲਾ ਬੰਦਾ ਲੰਘਿਆ। ਤੇਰੇ ਕਰਮਾਂ 'ਚੋਂ ਖੁਸ਼ਬੂ ਆਵੇ, ਮਹਿਕ ਆਵੇ ਧਰਮ ਦੀ, ਚੰਗਿਆਈਆਂ ਦੀ। ਇਸ ਤਰ੍ਹਾਂ ਦਾ ਜੀਵਨ ਤੇਰਾ ਹੋਣਾ ਜ਼ਰੂਰੀ ਹੈ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਦਰਬਵੰਤ ਦਰਬ ਦੇਖ ਗਰਭੈ, ਭੂਮਬੰਤ ਅਭਿਮਾਨੀ। ਰਾਜਾ ਜਾਣੈ ਸਗਲ ਰਾਜ ਹਮਰਾ, ਤਿਉ ਹਰ ਜਨ ਟੇਕ ਸੁਆਮੀ। ਕਹਿੰਦੇ ਕੋਈ ਰਾਜਾ ਇਹ ਸਮਝਦਾ ਵੀ ਸਾਰੀ ਸ੍ਰਿਸ਼ਟੀ ਦਾ ਰਾਜਾ ਮੈਂ ਹਾਂ, ਉਹਨੂੰ ਇਸ ਗੱਲ ਦਾ ਅਭਿਮਾਨ ਹੋ ਜਾਂਦਾ ਹੈ। ਇਸ ਸ੍ਰਿਸ਼ਟੀ ਦਾ ਮਾਲਕ ਮੈਂ ਹਾਂ, ਇਸ ਗੱਲ ਦਾ ਹੰਕਾਰ ਹੋ ਜਾਂਦਾ ਰਾਜੇ ਨੂੰ। ਇਸੇ ਤਰ੍ਹਾਂ ਕੋਈ ਗੁਰੂ ਦਾ ਪਿਆਰਾ
ਆਪਣੇ ਗੁਰੂ ਦੀ ਟੇਕ ਰੱਖਦਾ ਹੈ। ਗੁਰੂ ਦਾ ਨਿਮਾਣਾ ਸਿੱਖ ਗੁਰੂ ਦੇ ਆਸਰੇ ਰਹਿੰਦਾ ਹੈ। ਰਾਜਾ ਆਪਣੇ ਰਾਜ ਦਾ ਅਹੰਕਾਰ ਕਰਦਾ ਹੈ। ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਦੀ ਮਲਕੀਅਤ ਦਾ ਅਭਿਮਾਨ ਕਰਦਾ ਹੈ। ਧਨ ਦਾ ਮਾਲਕ ਧਨੀ ਹੋ ਕੇ ਆਪਣੇ ਧਨ ਦਾ ਹੰਕਾਰ ਮਾਨ ਗੁਮਾਨ ਕਰਦਾ ਹੈ। ਕਿ ਸੰਗਤ ਜੀ, ਇਹਨਾਂ ਦੇ ਤਿੰਨਾਂ ਦੇ ਵਿੱਚੋਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਇਹ ਅਤਿਆਚਾਰ ਕਰਦੇ ਨੇ। ਆਪਣੇ ਤੋਂ ਮਾੜਿਆਂ ਦੇ ਉੱਪਰ ਆਪਣਾ ਰੋਹਬ ਜਮਾਉਂਦੇ ਨੇ। ਤਿੰਨੋਂ ਹੀ ਆਪਣੇ ਤੋਂ ਛੋਟੇ ਤੇ, ਆਪਣੇ ਤੋਂ ਮਾੜੇ ਤੇ, ਆਪਣੇ ਤੋਂ ਗਰੀਬ ਤੇ ਇਹ ਆਪਣੀ ਹਉਮੈ ਦਾ ਪ੍ਰਭਾਵ ਪਾਉਂਦੇ ਨੇ, ਉਹਨਾਂ ਨੂੰ ਝਿੜਕਾਂ ਦਿੰਦੇ ਨੇ। ਰਾਜਾ ਆਪਣੀ ਮਨਮਰਜ਼ੀ ਕਰਕੇ ਬੇਲੋੜੇ ਕੰਮ ਕਰਵਾਉਂਦਾ ਹੈ। ਬੇਲੋੜਾ ਟੈਕਸ ਆਪਾਂ ਅੱਜ ਵੀ ਭਰਦੇ ਹਾਂ। ਜੇ ਕੋਈ ਰਾਜਾ ਮਾੜਾ ਤੇ ਅੱਜ ਵੀ ਅਸੀਂ ਉਸ ਮਾੜੇ ਰਾਜੇ ਦਾ ਸੰਤਾਪ ਭੋਗ ਰਹੇ ਹਾਂ। ਰੋਜ਼ ਸੰਘਰਸ਼ ਕਰਨੇ ਪੈਂਦੇ ਨੇ। ਪਹਿਲਾਂ ਕਿਸਾਨਾਂ ਨੇ ਸੰਘਰਸ਼ ਕੀਤਾ, ਜੇ ਰਾਜਾ ਮਾੜਾ ਤਾਂ ਹੀ ਹੋਇਆ ਨਾ। ਜੇ ਧਰਮੀ ਰਾਜਾ ਰਾਜ ਕਰੇ ਤਾਂ ਧਰਮੀ ਪ੍ਰਜਾ ਸੁਖ ਵਸੇ। ਜਦੋਂ ਹੁਣ ਰਾਜਾ ਹੀ ਮਾੜਾ ਹੈ ਤੇ ਪ੍ਰਜਾ ਸੁਖੀ ਕਿਵੇਂ ਹੋਏਗੀ? ਉਹਨੇ ਤੇ ਆਪਣੀ ਮਨਸਾ ਹੀ ਇਹ ਬਣਾਈ ਹੋਈ ਹੈ ਵੀ ਦੁੱਖ ਦੇਣਾ ਹੈ, ਤੇ ਜਦੋਂ ਲੋੜ ਹੈ ਉਦੋਂ ਥੋੜ੍ਹੇ ਬਹੁਤੇ ਇਹ ਸੁੱਖ ਵੰਡਣੇ ਸ਼ੁਰੂ ਕਰ ਦਿੰਦੇ ਹੈ। ਬੜੀ ਗਹਿਰੀ ਵਿਆਖਿਆ ਹੈ, ਸਮਝਣਾ ਪਏਗਾ। ਤੇ ਗੁਰੂ ਸਾਹਿਬ ਵੀ ਸਮਝਾ ਰਹੇ ਨੇ। ਕਹਿੰਦੇ ਤਿਉਂ ਹਰ ਜਨ ਟੇਕ ਸੁਆਮੀ, ਤੇ ਹਰੀ ਪਰਮਾਤਮਾ ਦੇ ਜਨ ਤਾਂ ਸਾਰੇ ਆ, ਪਰ ਕੋਈ ਇਹ ਸੰਸਾਰ ਵਿੱਚ ਇਹਨਾਂ ਤਿੰਨੋਂ ਚੀਜ਼ਾਂ ਕਰਕੇ ਆਪਣੇ ਜੀਵਨ ਨੂੰ ਵਿਗਾੜ ਲੈਂਦਾ ਹੈ। ਤੇ ਜੇ ਕੋਈ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ, ਚਾਹੇ ਉਹ ਰਾਜਾ ਹੋਵੇ, ਚਾਹੇ ਕੋਈ ਜ਼ਮੀਨ ਦਾ ਮਾਲਕ ਹੋਵੇ, ਚਾਹੇ ਕੋਈ ਧਨਾਢ ਧਨਵੰਤ ਹੋਵੇ, ਜੇ ਉਹ ਪਰਮਾਤਮਾ ਦੀ ਯਾਦ ਵਿੱਚ ਜੁੜ ਗਿਆ ਤਾਂ ਉਹ ਹਰੀ ਪਰਮਾਤਮਾ ਦਾ ਜਨ ਹੋ ਕੇ ਉਸ ਪਰਮਾਤਮਾ ਦੇ ਸਹਾਰੇ ਵਿੱਚ ਰਹਿੰਦਾ ਹੈ, ਉਹਦੀ ਟੇਕ, ਉਹਦੇ ਆਸਰੇ ਵਿੱਚ ਰਹਿੰਦਾ ਹੈ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਹੈ, ਜੇ ਕੋ ਆਪਣੀ ਓਟ ਸਮਾਰੈ, ਤਾਂ ਸਤਿਗੁਰੂ ਜੀ ਕਹਿੰਦੇ ਨੇ ਕਉ ਤੋਂ ਭਾਵ ਹੈ ਕੋਈ ਮਨੁੱਖ, ਓਟ ਤੋਂ ਭਾਵ ਹੁੰਦਾ ਆਸਰਾ, ਸਮਾਰੈ ਤੋਂ ਭਾਵ ਹੈ ਸੰਭਾਲਣਾ, ਆਪਣੇ ਹਿਰਦੇ ਵਿੱਚ ਵਸਾਈ ਰੱਖਣਾ। ਸਤਿਗੁਰੂ ਜੀ ਸਮਝਾਉਂਦੇ ਨੇ ਜੇ ਕੋਈ ਮਨੁੱਖ ਆਪਣੀ ਅਸਲੀ ਓਟ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖੇ, ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੇ, ਤਾਂ ਉਹ ਹੰਕਾਰ ਆਦਿਕ ਦੇ ਮੁਕਾਬਲੇ ਤੇ ਆਪਣਾ ਹੌਸਲਾ ਨਹੀਂ ਹਾਰਦਾ। ਚੇਤੇ ਰੱਖਿਓ, ਜੇ ਕੋਈ ਪਰਮਾਤਮਾ ਦੇ ਦਰ 'ਤੇ ਆ ਕੇ, ਗੁਰੂ ਦੇ ਦਰ 'ਤੇ ਆ ਕੇ ਗੁਰੂ ਵੱਲ ਆਪਣਾ ਧਿਆਨ ਜੋੜ ਲਏ, ਫਿਰ ਉਹਦੇ ਉੱਪਰ ਹੰਕਾਰ ਆਪਣਾ ਬਲ ਨਹੀਂ ਪਾਉਂਦਾ, ਹੰਕਾਰ ਉਹਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾਉਂਦਾ। ਗੁਰੂ ਦੇ ਦਰ 'ਤੇ ਆ ਕੇ ਬੰਦਾ ਨਿਰਹੰਕਾਰ ਹੋ ਜਾਂਦਾ ਹੈ। ਤੇ ਸੰਗਤ ਜੀ, ਇੱਥੇ ਆ ਕੇ ਤੇ ਹਉਮੈ ਵੱਧ ਜਾਂਦੀ ਹੈ, ਹੰਕਾਰ ਹੋਰ ਵੱਧ ਜਾਂਦਾ ਹੈ। ਮੈਨੂੰ ਮੇਰੇ ਗੁਣ ਦਾ ਅਭਿਮਾਨ ਹੈ, ਹੰਕਾਰ ਹੈ, ਮੇਰੇ ਵਰਗਾ ਗਿਆਨੀ ਕੋਈ ਨਹੀਂ। ਕਿਸੇ ਨੂੰ ਇੱਥੇ ਸੇਵਾ ਕਰਨ ਦਾ ਅਭਿਮਾਨ ਹੈ ਵੀ ਮੇਰੇ ਵਰਗਾ ਕੋਈ ਸੇਵਕ ਹੀ ਨਹੀਂ। ਮੈਂ ਕਹਿੰਦਾ ਜੇ ਮੈਂ ਇੱਥੋਂ ਚਲਾ ਗਿਆ, ਇਹ ਚੱਲੂ ਕਿਵੇਂ? ਗੁਰੂ ਘਰ ਕਿਵੇਂ ਚੱਲੂ? ਇਹ ਮੇਰਾ ਵਹਿਮ ਹੈ। ਇਹ ਜਗਤ ਸੰਸਾਰ ਚੱਲਦਾ ਆਇਆ। ਕਦੇ ਮੇਰੀ ਮਾਂ ਨੂੰ ਇਹ ਸੀ ਜੇ ਮੈਂ ਜਗਤ ਵਿੱਚ ਨਾ ਰਹੀ ਤੇ ਮੇਰੇ ਬੱਚਿਆਂ ਦਾ ਕੀ ਬਣੂ? ਹਰ ਕਿਸੇ ਨੂੰ ਇਹ ਹੁੰਦਾ ਹੈ। ਪਰ ਥੋੜ੍ਹਾ ਜਿਹਾ ਪਰੇ ਹੋ ਕੇ ਵੇਖੋ ਕੁਝ ਦਿਨ, ਇਹ ਜਗਤ ਸੰਸਾਰ ਸੁੱਖਾਂ ਦਾ ਸਾਥੀ, ਸੁੱਖਾਂ ਦੇ ਨਾਲ ਵੱਜਾ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਤਾਂ ਸੰਗਤ ਜੀ ਰਹੋ ਵਿਚਾਰ। ਗੁਰੂ ਸਾਹਿਬ ਕਹਿੰਦੇ ਭਾਈ ਇੱਥੇ ਆ ਕੇ ਆਪਣੀ ਹਉਮੈ ਦਾ ਤਿਆਗ ਕਰਨਾ,
ਜੇ ਕੋਈ ਆਪਣੀ ਓਟ ਸਮਾਰੈ, ਜੇ ਕੋਈ ਉਸ ਪਰਮਾਤਮਾ ਦੀ ਓਟ, ਉਹਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਰੱਖੇ ਤਾਂ ਉਹਦੇ ਕੰਮ ਆਉਂਦੀ ਹੈ। ਜੈਸਾ ਬਿਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ, ਬਿਤ ਭਾਵ ਬੰਦੇ ਦੀ ਪਾਇਆ, ਵਰਤੈ ਭਾਵ ਜਗਤ ਦੇ ਵਿੱਚ ਜਿਹੋ ਜਿਹਾ ਕਿਸੇ ਦਾ ਵਿਵਹਾਰ ਬਣਿਆ ਹੋਇਆ। ਹੁਣ ਕਿਸੇ ਦਾ ਵਿਵਹਾਰ ਚੰਗਾ ਹੈ, ਉਹਨੂੰ ਸਾਰੇ ਧਾਰ ਸੁਧਾਰ ਦੇ ਦਿੰਦੇ ਆ। ਕਿਸੇ ਦਾ ਵਿਵਹਾਰ ਮਾੜਾ, ਉਹਨੂੰ ਦੇਖ ਕੇ ਬੰਦਾ ਪਰੇ ਹੋ ਜਾਂਦਾ ਵੀ ਇਹਨੂੰ ਕੀ ਦੇਣਾ ਤੇ ਕੀ ਇਹਨੇ ਮੋੜਨਾ। ਤਾਂ ਸਤਿਗੁਰੂ ਜੀ ਵੀ ਕਹਿੰਦੇ ਨੇ, ਜੈਸਾ ਬਿਤ ਤੈਸਾ ਹੋਏ ਵਰਤੈ। ਜਿਹੋ ਜਿਹਾ ਬੰਦੇ ਦਾ ਵਿੱਤ ਮਾਜਨਾ ਵਿਵਹਾਰ ਹੈ ਨਾ, ਉਹੋ ਜਿਹਾ ਜਗਤ ਵਿੱਚ ਉਹਦੇ ਨਾਲ ਵਾਪਰਦਾ, ਉਹੋ ਜਿਹਾ ਉਹਨੂੰ ਮਿਲਦਾ ਹੈ, ਉਹੋ ਜਿਹਾ ਉਹ ਪ੍ਰਾਪਤ ਕਰਦਾ ਹੈ। ਵਿੱਤ ਜਿਹੋ ਜਿਹਾ ਉਹਦਾ ਵਿਵਹਾਰ ਹੈ। ਹੁਣ ਕਿਸੇ ਦਾ ਵਿਵਹਾਰ ਬਹੁਤ ਚੰਗਾ ਹੈ, ਅੱਤ ਦੀ ਗਰੀਬੀ ਵਿੱਚ ਵੀ ਉਹ ਵਿਵਹਾਰ ਆਪਣਾ ਚੰਗਾ ਬਣਾ ਕੇ ਰੱਖਦਾ ਹੈ। ਕਿਸੇ ਤੋਂ ਥੋੜ੍ਹਾ ਬਹੁਤਾ ਧਨ ਲਿਆ ਤੇ ਮਿਲਿਆ ਧਨ ਵਾਪਸ ਦੇ ਆਇਆ, ਤੇ ਕੋਈ ਬਹੁਤਾ ਧਨਾਢ ਹੋ ਕੇ ਵੀ ਕਿਸੇ ਤੋਂ ਧਨ ਲੈ ਕੇ ਮੁੱਕਰ ਜਾਂਦਾ, ਬੇਈਮਾਨ ਹੋ ਜਾਂਦਾ। ਪੈਸਾ ਤੇ ਲਿਆ, ਪੈਸਾ ਹੈ ਪਰ ਦੇਣਾ ਨਹੀਂ, ਤੇ ਕਿਸੇ ਦੇ ਨਾਲ ਇਤਨਾ ਧੱਕਾ ਹੋ ਜਾਂਦਾ ਹੈ ਕਿ ਦਿੱਤਾ ਥੋੜ੍ਹਾ ਹੁੰਦਾ, ਲੈਣਾ ਜ਼ਿਆਦਾ ਚਾਹੁੰਦੇ ਆ। ਦਿੱਤਾ ਥੋੜ੍ਹਾ, ਲੈਣਾ ਜ਼ਿਆਦਾ। ਇਸ ਤਰ੍ਹਾਂ ਦਾ ਵੀ ਇਸ ਜੀਵਨ ਵਿੱਚ ਵਾਪਰਦਾ। ਇਹ ਕਿਸੇ ਦੇ ਹੱਡ ਨੂੰ ਕਿਸੇ ਤਰ੍ਹਾਂ ਦਾ ਸੰਤਾਪ ਭੋਗਣਾ ਪੈਂਦਾ, ਕਿਸੇ ਦੇ ਹੱਡਾਂ ਨੂੰ ਕਿਸੇ ਤਰ੍ਹਾਂ ਦਾ। ਸਾਰਿਆਂ ਦੇ ਦੁੱਖ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਦਾ ਦੁੱਖ ਧੀਆਂ ਪੁੱਤਰਾਂ ਕਰਕੇ ਹੈ, ਕਿਸੇ ਦਾ ਦੁੱਖ ਧੀ ਪੁੱਤਰ ਨਾ ਹੋਣ ਕਰਕੇ ਹੈ, ਕਿਸੇ ਦਾ ਦੁੱਖ ਧੀ ਪੁੱਤਰ ਹੋਣ ਕਰਕੇ ਹੈ ਤੇ ਕਿਸੇ ਦਾ ਨਾ ਹੋਣ ਕਰਕੇ ਹੈ। ਕਿਸੇ ਦਾ ਦੁੱਖ ਗਰੀਬੀ ਅੱਤ ਦੀ ਹੈ, ਉਹਦਾ ਦੁੱਖ ਹੈ। ਕਿਸੇ ਦੇ ਕੋਲ ਬੜੇ ਸਾਰੇ ਪਦਾਰਥ ਘਰ ਭਰਿਆ ਪਿਆ, ਪਰ ਉਹਨਾਂ ਪਦਾਰਥਾਂ ਦੀ ਵਰਤੋਂ ਨਹੀਂ ਕਰ ਸਕਦਾ। ਕਿਸੇ ਦੇ ਘਰ ਮੱਖਣ ਮਲਾਈਆਂ ਖੰਡ ਘਿਓ ਗੁੜ ਇਤਿਆਦਿਕ ਸਭ ਕੁਝ ਪਿਆ, ਪਰ ਖਾ ਨਹੀਂ ਸਕਦਾ, ਇਹ ਦੁੱਖ ਹੈ। ਤੇ ਕਿਸੇ ਨੂੰ ਇਹ ਨਸੀਬ ਨਹੀਂ ਹੁੰਦਾ, ਇਹ ਦੁੱਖ ਹੈ। ਕੋਈ ਕਿਸੇ ਦਾ ਐਸ਼ੋ ਆਰਾਮ ਦਾ ਜੀਵਨ ਦੇਖ ਕੇ ਸੋਚਦਾ ਵੀ ਵਾਹ ਇਹਦਾ ਕੀ ਆ, ਕਿਆ ਜੀਵਨ ਹੈ, ਤੇ ਕੋਈ ਇਸ ਤਰ੍ਹਾਂ ਦਾ ਜੀਵਨ ਚਾਹੁੰਦਾ ਹੈ। ਕਿਸੇ ਦਾ ਜੀਵਨ ਹੈ ਹੀ ਨਹੀਂ। ਕੋਈ ਉਹ ਸੁੱਖ ਦੇ ਵਿੱਚ ਵੀ ਸੁਖੀ ਨਹੀਂ ਤੇ ਕੋਈ ਦੁੱਖਾਂ ਦੇ ਵਿੱਚ ਵੀ ਸੁਖੀ ਹੈ। ਤਾਂ ਸੰਗਤ ਜੀ, ਇਹ ਗੁਰੂ ਸਾਹਿਬ ਕਹਿੰਦੇ ਜੈਸਾ ਬਿਤ ਤੈਸਾ ਹੋਏ ਵਰਤੈ। ਜਿਹੋ ਜਿਹਾ ਕਿਸੇ ਦਾ ਵਿਵਹਾਰ ਹੈ, ਉਹੋ ਜਿਹਾ ਉਹਦੇ ਨਾਲ ਇਹ ਜਗਤ ਵਰਤਾਰਾ ਰੱਖਦਾ ਹੈ। ਇਸੇ ਤਰ੍ਹਾਂ ਤੁਸੀਂ ਪਰਮਾਤਮਾ ਦੇ ਨਾਲ ਸਾਂਝ ਪਾਓਗੇ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜੈਸਾ ਆਪਾਂ ਕਰਮ ਕੀਤਾ ਉਹੋ ਜਿਹਾ ਭੋਗ ਭੋਗਣਾ ਪੈਣਾ ਹੈ। ਇਹ ਪਰਮਾਤਮਾ ਨਾਲ ਵੀ ਇੱਕ ਵਿਵਹਾਰ ਬਣਾਉਣਾ ਹੈ, ਗੁਰੂ ਦੇ ਨਾਲ ਵੀ ਵਿਵਹਾਰ ਬਣਾਉਣਾ ਹੈ। ਜੇ ਵਿਵਹਾਰ ਚੰਗਾ, ਅੰਮ੍ਰਿਤ ਵੇਲੇ ਜਾਗਦਾ, ਬਾਣੀ ਪੜ੍ਹਦਾ, ਆਪਣੇ ਕਰਮ ਸੋਚ ਚੰਗੀ ਰੱਖਦਾ, ਤਾਂ ਗੁਰੂ ਸਾਹਿਬ ਤੇਰੀ ਝੋਲੀ ਵਿੱਚ ਫਲ ਚੰਗੇ ਪਾਉਣਗੇ। ਪਰਮਾਤਮਾ ਤੇਰਾ ਚੰਗਾ ਹੀ ਕਰੇਗਾ। ਜੇ ਤੇਰੀ ਸੋਚ ਮਾੜੀ ਹੈ, ਤੇਰੇ ਕਰਮ ਮਾੜੇ ਨੇ, ਜਿਵੇਂ ਪਹਿਲਾਂ ਵਿਆਖਿਆ ਹੋਈ ਹੈ, 3 ਉਦਾਹਰਣ ਗੁਰੂ ਸਾਹਿਬ ਨੇ ਦਿੱਤੇ। ਧਨ ਧਨਾਢ ਦੀ, ਜ਼ਮੀਨ ਦਾ ਮਾਲਕ ਤੇ ਰਾਜਾ। ਜੇ ਉਸ ਤਰ੍ਹਾਂ ਦਾ ਜੀਵਨ ਹੈ ਤੇ ਫਿਰ ਫਲ ਉਸ ਤਰ੍ਹਾਂ ਦੇ। ਤੇ ਗੁਰੂ ਸਾਹਿਬ ਕਹਿੰਦੇ ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਵੱਲ ਨਹੀਂ ਹਾਰੈ। ਰਹਾਉ ਦਾ ਵਿਸਰਾਮ ਦੇ ਅੰਤਿਮ ਪੰਕਤੀਆਂ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ, ਆਨ ਤਿਆਗ ਭਏ ਇੱਕ ਆਸਰ, ਸਰਣ ਸਰਣ ਕਰ ਆਏ। ਆਨ ਤਿਆਗ ਭਾਵ ਹੋਰ ਸਾਰੇ ਆਸਰੇ ਤਿਆਗ ਦੇਣੇ, ਸਾਰੇ ਆਸਰੇ ਪਰਨੇ ਛੱਡ ਦੇਣੇ। ਜਿਹੜੇ ਮਨੁੱਖ ਹੋਰ ਸਾਰੇ ਧਨ ਭੂਏ ਰਾਜ ਆਦਿਕ ਦੇ ਆਸਰੇ ਛੱਡ ਕੇ ਇੱਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਹਨ,
ਜਿਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਹਨ ਕਿ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਦਾਤਾ ਤੂੰ ਰਾਜਿਆਂ ਦਾ ਰਾਜਾ ਏ, ਰਾਜਨ ਕੇ ਰਾਜਾ ਮਹਾਰਾਜਨ ਕੇ ਰਾਜਾ। ਤੁਸੀਂ ਤੇ ਜਗਤ ਬ੍ਰਹਿਮੰਡ ਦੇ ਮਾਲਕ ਹੋ, ਤੁਸੀਂ ਹੀ ਇਹ ਜਗਤ ਦੇ ਵਿੱਚ ਰਾਜੇ ਮਹਾਰਾਜਿਆਂ ਨੂੰ ਭੇਜਣ ਵਾਲੇ ਹੋ। ਕੋਈ ਰਾਜਾ ਧਰਮੀ ਹੈ ਤੇ ਕੋਈ ਰਾਜਾ ਅਭਿਮਾਨੀ ਹੈ। ਕੋਈ ਰਾਜਾ ਜਨਤਾ ਨੂੰ ਸੁੱਖ ਦਿੰਦਾ ਹੈ, ਕੋਈ ਰਾਜਾ ਜਨਤਾ ਨੂੰ ਦੁੱਖ ਦਿੰਦਾ ਹੈ। ਪਰ ਅਸਲ ਰਾਜਾ ਉਹ ਜਿਹਦੇ ਕਰਮ ਚੰਗੇ, ਜਿਹਦੇ ਜੀਵਨ ਦੀ ਮਹਿਕ, ਕਰਮਾਂ ਦੀ ਮਹਿਕ ਦੂਰ ਦਰਾਡੇ ਫੈਲ ਜਾਏ। ਇਹ ਮਹਿਕ ਉਦੋਂ ਫੈਲਦੀ ਹੈ ਜਦੋਂ ਤੁਹਾਡੀ ਕਿਤੇ ਦੂਰ ਦਰਾਡੇ ਗੱਲ ਹੋਣ ਲੱਗ ਜਾਏ ਵੀ ਫਲਾਣੇ ਪਿੰਡ ਦਾ ਸਰਪੰਚ ਬੜਾ ਚੰਗਾ ਹੈ, ਫਲਾਣੇ ਪਿੰਡ ਦਾ ਨੰਬਰਦਾਰ ਬੜਾ ਚੰਗਾ ਹੈ, ਫਲਾਣੇ ਪਿੰਡ ਦਾ ਚੌਕੀਦਾਰ ਬੜਾ ਚੰਗਾ ਹੈ। ਅਤੇ ਇਸ ਤਰ੍ਹਾਂ ਤੁਹਾਡੇ ਪਿੰਡ ਦੀ ਜਿਹੜੀ ਚੰਗਿਆਈ ਹੈ ਉਹ ਬਾਹਰ ਜਾ ਕੇ ਪ੍ਰਗਟ ਹੋਵੇ। ਅਤੇ ਸੰਗਤ ਜੀ, ਇਸ ਤਰ੍ਹਾਂ ਦੇ ਕਰਮ ਸਾਨੂੰ ਬਣਾਉਣੇ ਪੈਣਗੇ। ਅਤੇ ਦੂਸਰੀ ਗੱਲ, ਗੁਰੂ ਸਾਹਿਬ ਅੱਗੇ ਕਹਿੰਦੇ ਸ਼ਰਨਾਗਤ ਪਰਮਾਤਮਾ ਦੇ ਬਣ ਜਾਣਾ। ਧਨ ਕਿਹਨੇ ਦਿੱਤਾ? ਪਰਮਾਤਮਾ ਨੇ। ਧਨ ਅਸੀਂ ਨਾਲ ਤੇ ਲੈ ਕੇ ਨਹੀਂ ਜਨਮੇ ਨਾ, ਇਕੱਲਾ ਸਰੀਰ ਹੀ ਲੈ ਕੇ ਆਏ ਹਾਂ। ਪਰਮਾਤਮਾ ਨੇ ਸਾਡੇ ਵਾਸਤੇ ਸਭ ਕੁਝ ਇਸ ਸੰਸਾਰ ਵਿੱਚ ਪਹਿਲਾਂ ਹੀ ਤਿਆਰ ਕਰ ਦਿੱਤਾ। ਤੇਰੇ ਵਾਸਤੇ ਕਿਤਨੇ ਸੁੱਖ, ਕਿਤਨੀਆਂ ਸਹੂਲਤਾਂ ਉਸ ਪਰਮਾਤਮਾ ਨੇ ਸੰਸਾਰ ਵਿੱਚ ਦਿੱਤੀਆਂ। ਮਾਂ ਬਾਪ ਤੂੰ ਮੰਗੇ ਨਹੀਂ, ਤੈਨੂੰ ਦੇ ਦਿੱਤੇ। ਭੈਣ ਭਰਾ ਤੂੰ ਮੰਗੇ ਨਹੀਂ, ਤੈਨੂੰ ਦੇ ਦਿੱਤੇ। ਅਤੇ ਜੇ ਮਾਂ ਬਾਪ ਮੰਗਿਆ ਮਿਲਦੇ ਤਾਂ ਕਿਸੇ ਕੁੱਲੀ ਦੇ ਵਿੱਚ ਕਿਸੇ ਦਾ ਜਨਮ ਨਹੀਂ ਸੀ ਹੋਣਾ। ਹਰ ਕਿਸੇ ਨੇ ਆਪਣੇ ਮਾਂ ਬਾਪ ਦੀ ਚੋਣ ਕਰਿਆ ਕਰਨੀ ਸੀ, ਮੈਂ ਕਿਸੇ ਤਕੜੇ ਘਰ ਜਨਮਾਂਗਾ। ਅਤੇ ਸਭ ਦੀ ਗੱਲ ਇਹ ਹੁੰਦੀ ਵੀ ਅਡਾਨੀਆਂ ਅਵਾਨੀਆਂ ਦੇ ਘਰ ਜਨਮ ਹੋਵੇ। ਅਤੇ ਸੰਗਤ ਜੀ, ਇਹ ਸਭ ਕੁਝ ਕਰਮਾਂ ਕਰਕੇ ਹੁੰਦਾ ਹੈ। ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਮਾਨਸ ਕਿਆ ਵਿਚਾਰਾ ਤੇਹ ਲੋਕ ਸੁਣਾਏ ਸੀ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਚੱਲਿਆ ਜਨਮ ਸਵਾਰ ਹਵਾਜਾ ਵਾਇਸੀ। ਜੇ ਪਤ ਇੱਜ਼ਤ ਦਾ ਜੀਵਨ, ਸੋਹਣਾ ਜੀਵਨ ਜਿਉਣਾ ਹੈ, ਆਪਣੀ ਰਸਨਾ ਨੂੰ ਕਾਬੂ ਰੱਖ ਕੇ, ਜਵਾਨ ਨੂੰ ਕਾਬੂ ਰੱਖ ਕੇ ਕਰਮ ਕਰੇਗਾ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਏਗਾ। ਨਹੀਂ ਇਹ ਹਉਮੈ ਹੰਕਾਰ ਇੱਕ ਦਿਨ ਤੇਰੇ ਵਾਸਤੇ ਨਰਕ ਦਾ ਦਵਾਰ ਖੋਲ੍ਹ ਦੇਵੇਗੀ। ਅਤੇ ਇਹ ਮੰਦ ਕਰਮ ਹੀ ਅਸਲ ਦੇ ਵਿੱਚ ਜੀਵਨ ਦੇ ਵਿੱਚ ਬੰਦੇ ਵਾਸਤੇ ਨਰਕ ਦਾ ਦਰਵਾਜ਼ਾ ਖੋਲ੍ਹਦੇ ਨੇ। ਚੰਗੇ ਕਰਮ ਸਵਰਗ ਦਾ ਦਰਵਾਜ਼ਾ ਖੋਲ੍ਹਦੇ ਨੇ। ਅਤੇ ਗੁਰਬਾਣੀ ਦੇ ਵਿੱਚ ਜਿਤਨਾ ਵੀ ਸਮਝਾਇਆ ਗਿਆ, ਮਨ ਦੇ ਅਤੇ ਇਨਸਾਨ ਦੇ ਕਰਮਾਂ 'ਤੇ ਗੱਲ ਕੀਤੀ ਗਈ ਹੈ। ਮਨ ਨੂੰ ਕਾਬੂ ਕਰਨਾ, ਮਨ ਜਿੱਤਣ ਦੇ ਯਤਨ ਕਰਨਾ, ਇਹ ਸੇਵਾ ਕਰਨੀ ਕੀ ਹੈ? ਜੇ ਭਾਂਡੇ ਮਾਂਜਣੇ ਨੇ ਤਾਂ ਇਹਦਾ ਅਰਥ ਕੀ ਹੈ? ਨਾਲ ਮਨ ਨੂੰ ਮਾਂਜ, ਮਨ ਦੀ ਸਫਾਈ ਕਰ। ਜੋੜੇ ਝਾੜਨੇ ਕੀ ਹੈ? ਭਾਵ ਆਪਣੇ ਮਨ ਦੀ ਹਉਮੈ ਨੂੰ ਝਾੜ ਦੇ। ਜੋੜੇ ਝਾੜਨ ਤੋਂ ਅਰਥ ਇਹ ਹੈ, ਮੈਂ ਚਰਨ ਧੂੜ ਹਾਂ ਤੇਰੇ ਦਰ ਦੀ, ਤੇਰੇ ਸੇਵਕਾਂ ਦੀ, ਜੋ ਤੇਰੇ ਦਰ 'ਤੇ ਆਏ ਨੇ ਨਾ, ਤੇਰੇ ਗੁਣ ਗਾਉਣ ਵਾਸਤੇ, ਤੇਰੀ ਯਾਦ ਵਿੱਚ ਜੁੜਨ ਵਾਸਤੇ, ਸਕੂਨ ਲੈਣ ਵਾਸਤੇ, ਮੈਂ ਉਹਨਾਂ ਦੀ ਚਰਨ ਧੂੜ ਬਣ ਗਿਆ ਹਾਂ। ਆਪਣੀ ਹਉਮੈ ਨੂੰ ਝਾੜਨਾ, ਚਰਨ ਝਾੜਨੇ, ਜੋੜੇ ਝਾੜਨੇ, ਇਹਦੇ ਅਰਥ ਬੜੇ ਗਹਿਰੇ ਨੇ ਜੀ। ਇਹ ਛੋਟੇ ਛੋਟੇ ਜਿਹੜੇ ਕਰਮ ਕਰਦੇ ਆ ਨਾ ਅਸੀਂ, ਇਹਨਾਂ ਦੇ ਅਰਥ ਬੜੇ ਗਹਿਰੇ ਨੇ। ਤੇ ਗੁਰੂ ਸਾਹਿਬ ਅੱਗੇ ਸਮਝਾਉਂਦੇ ਨੇ, ਸੰਤ ਅਨਗ੍ਰਹਿ ਭਏ ਮਨ ਨਿਰਮਲ, ਨਾਨਕ ਹਰਿ ਗੁਣ ਗਾਏ। ਸੰਤ ਅਨਗ੍ਰਹਿ ਭਏ ਮਨ ਨਿਰਮਲ, ਨਾਨਕ ਹਰਿ ਗੁਣ ਗਾਏ। ਅਨਗ੍ਰਹਿ ਤੋਂ ਭਾਵ ਹੈ ਕਿਰਪਾ ਦੇ ਨਾਲ। ਹੇ ਦਾਤਾਰ ਪਾਤਸ਼ਾਹ, ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਦੇ ਗੁਣ ਗਾ ਕੇ ਉਹਨਾਂ ਦੇ ਮਨ
ਪਵਿੱਤਰ ਹੋ ਜਾਂਦੇ ਨੇ। ਭਾਵੇਂ ਉਹ ਧਨਵੰਤ ਧਨੀ ਹੋਣ, ਭਾਵੇਂ ਉਹ ਜ਼ਮੀਨ ਦੇ ਮਾਲਕ ਹੋਣ, ਭਾਵੇਂ ਉਹ ਜਗਤ ਸੰਸਾਰ ਦੇ ਰਾਜੇ ਮਹਾਰਾਜੇ ਕਿਉਂ ਨਾ ਹੋਣ, ਉਹਨਾਂ ਦੇ ਵੀ ਮਨ ਧੋਤੇ ਜਾਂਦੇ ਨੇ ਜੇ ਉਹ ਕਹਿਣ ਸੰਤ ਅਨੁਗ੍ਰਹਿ ਭਏ ਮਨ ਨਿਰਮਲ। ਜਦੋਂ ਆਪਣੀ ਗੁਰੂ ਦੀ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਣ, ਜਦੋਂ ਉਹ ਕਹਿ ਉੱਠਣ ਪਿਛਲੇ ਔਗਣ ਬਖਸ਼ ਲਿਓ ਪ੍ਰਭ, ਆਗੇ ਮਾਰਗ ਪਾਵੈ। ਹੇ ਦਾਤਾਰ ਪਾਤਸ਼ਾਹ, ਮੇਰੇ ਪਿਛਲੇ ਗੁਨਾਹਾਂ ਨੂੰ ਬਖਸ਼ ਤੇ ਮੈਨੂੰ ਅੱਗੇ ਮਾਰਗ ਚੰਗੇ ਰਾਹ ਤੇ ਤੋਰੀ। ਕਿਰਪਾ ਕਰੀ ਦਾਤਾਰ ਪਾਤਸ਼ਾਹ, ਮੇਰੇ ਜੀਵਨ ਦੇ ਵਿੱਚ ਹੋਏ ਗੁਨਾਹਾਂ ਨੂੰ ਬਖਸ਼ ਕੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ੀ। ਤੇ ਅਸੀਂ ਗੁਰੂ ਤੋਂ ਮੰਗਿਆ ਕਰੀਏ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਤੂੰ ਡੁੱਬਦੇ ਪੱਥਰਾਂ ਨੂੰ ਵੀ ਤਾਰਨ ਵਾਲਾ ਏ। ਫਿਰ ਕਹਿਣਾ ਜੀਅੜਾ ਅਗਨ ਬਰਾਬਰ ਤਪੈ। ਮੇਰੀ ਜਿੰਦ ਅੱਗ ਦੇ ਵਾਂਗ ਤਪਦੀ ਰਹਿੰਦੀ ਹੈ। ਇਹਦੀ ਤਪਸ ਹੈ ਜਿਹੜੀ, ਇਹ ਜ਼ਬਾਨ ਦੇ ਰਾਹੀਂ ਬਾਹਰ ਪ੍ਰਗਟ ਹੁੰਦੀ ਹੈ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸੱਚੇ ਪਾਤਸ਼ਾਹ, ਮੇਰੀ ਆਤਮਾ ਨੂੰ ਸੁਖ ਦਿਨ ਰਾਤ ਮਿਲੇ। ਇਹ ਮੇਰੇ ਅੰਦਰ ਦੀ ਅਗਨ ਹੈ ਜਿਹੜੀ, ਇਹ ਬੁਝ ਜਾਏ। ਅਗਨ ਵੀ ਬਹੁਤ ਪ੍ਰਕਾਰ ਦੀ ਹੈ। ਜਿਵੇਂ ਗੁਰੂ ਸਾਹਿਬ ਨੇ ਕਿਹਾ, ਅੰਦਰ ਅੱਗ ਮੱਚਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਇਹ ਅੱਗ ਬੁਝ ਜਾਏ। ਪਾਤਸ਼ਾਹ, ਇਹ ਅੱਗ ਨੂੰ ਤੂੰ ਬੁਝਾ। ਕਿਵੇਂ ਬੁਝੇਗੀ? ਸਤ ਸੰਤੋਖ ਦਇਆ ਧਰਮ ਧੀਰਜ ਸ਼ੁਭ ਗੁਣਾ ਮੇਰੀ ਝੋਲੀ ਵਿੱਚ ਪਾ। ਤੇ ਸੰਗਤ ਜੀ ਤੇ ਨਾਲ ਕਹੀਏ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ। ਸੋ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ, ਆਪਣੇ ਪਿਆਰਿਆਂ ਦੀ ਝੋਲੀ ਵਿੱਚ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਪਾ ਦਿੰਦੇ ਹੈ। ਕਬੀਰ ਸਤਿਗੁਰ ਸੂਰਮੈ ਵਾਹਿਆ ਵਣ, ਜੋ ਏਕ ਲਾਗਤ ਹੀ ਭੋਏ ਗਿਰ ਪਰਿਆ। ਪਰਾ ਕਰੀਜੇ ਛੇਕ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਕੀ ਕਰੇ ਤੁਹਾਡਾ ਗੁਰੂ ਸਿੱਖੋ। ਜਿਉਂ ਸਿੱਖਾ ਮੈਂ ਚੂਕ। ਜਦੋਂ ਤੁਹਾਡਾ ਮਨ ਹੀ ਤੁਹਾਡੇ ਵੱਸ ਵਿੱਚ ਨਹੀਂ, ਤੁਸੀਂ ਕੋਈ ਇੱਕ ਅੱਧਾ ਚੰਗਾ ਕਰਮ ਕਰਕੇ ਵੀ ਅਭਿਮਾਨੀ ਹੋ ਜਾਂਦੇ ਹੋ। ਤੁਹਾਡਾ ਗੁਰੂ ਕੀ ਕਰੇ, ਉਹ ਤੇ ਰੋਜ਼ ਸਮਝਾਉਂਦਾ ਹੈ, ਤੇ ਪਰ ਸਮਝ ਨਾ ਆਈ ਤਾਂ ਗੁਰੂ ਕੀ ਕਰੇ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ। ਸਤਿਗੁਰੂ ਜੀ ਉਹ ਕਿਵੇਂ? ਅੰਧੇ ਏਕ ਨਾ ਲੱਗ ਗਈ, ਅੰਨਿਆਂ ਵਾਂਗ ਚੱਲ ਰਹੇ ਹੋ। ਇੱਕ ਵੀ ਗੱਲ ਤੁਹਾਡੇ ਹਿਰਦੇ ਤੇ ਨਹੀਂ ਲੱਗਦੀ। ਤੁਹਾਡਾ ਜੀਵਨ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਗੱਲ ਹੈ। ਪੱਥਰ ਤੇ ਬੂੰਦ ਪੈਣ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਰੋਜ਼ ਦੀਆਂ ਕਥਾ ਕਹਾਣੀਆਂ ਗੁਰਬਾਣੀ ਪੜ੍ਹ ਸੁਣ ਕੇ ਵੀ ਕੋਈ ਫਰਕ ਨਹੀਂ ਪੈਂਦਾ, ਕੋਈ ਅਸਰ ਨਹੀਂ ਹੁੰਦਾ। ਤੇ ਫਿਰ ਕਿਵੇਂ ਸਤਿਗੁਰੂ ਜੀ? ਬਾਂਸ ਵਜਾਈਏ ਫੂਕ, ਜਿਵੇਂ ਬਾਂਸ ਦੇ ਵਿੱਚ ਫੂਕਾ ਮਾਰਨ ਦਾ ਕੋਈ ਫਾਇਦਾ ਨਹੀਂ। ਫੂਕ ਮਾਰੀ ਤੇ ਅਗਾਂਹ। ਇਸ ਤਰ੍ਹਾਂ ਬਾਂਸ ਦੀ ਨਿਆਈ ਹਉਮੈ ਰੂਪੀ ਗੰਢਾ ਗਿੱਠ ਗਿੱਠ ਤੇ। ਸਤਿਗੁਰੂ ਜੀ ਇਹ ਗੰਢਾ ਕਿਵੇਂ ਖੁੱਲ੍ਹਣ? ਸਤਿਗੁਰੂ ਜੀ ਕਹਿੰਦੇ ਨੇ, ਇਹ ਗੰਢਾ ਨਾਮ ਜਪ ਕੇ ਸੇਵਾ ਤੇ ਸਿਮਰਨ ਕਰਕੇ ਆਪਣੇ ਆਪ ਨੂੰ ਗੁਰੂ ਅੱਗੇ ਭੇਟ ਕਰਦੇ। ਆਪਣੇ ਔਗਣਾਂ ਦੀ ਭੇਟਾ ਆਪਣੇ ਗੁਰੂ ਅੱਗੇ ਕਰ। ਗੁਰੂ ਤੋਂ ਮੰਗਿਆ ਕਰ ਗੁਣਵੰਤਿਆ, ਗੁਣ ਦੇ ਐ ਮੈਂ ਨਿਰਗੁਣ ਹਾਰੇ ਨੂੰ। ਤੂੰ ਗੁਣਾਂ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰ।
ਸਤਿਗੁਰੂ ਫਿਰ ਕਿਰਪਾ ਕਰਦੇ ਨੇ, ਆਪਣੇ ਪਿਆਰਿਆਂ ਨੂੰ ਆਪਣੀ ਸ਼ਰਨ ਵਿੱਚ ਲੈ ਲੈਂਦੇ ਨੇ, ਆਪਣੇ ਕਲਾਵੇ ਵਿੱਚ ਲੈ ਲੈਂਦੇ ਨੇ। ਨਾਮਦੇਵ ਨੂੰ, ਰਵਿਦਾਸ ਨੂੰ, ਕਬੀਰ ਨੂੰ, ਸਦਨੇ ਕਸਾਈ ਨੂੰ, ਪੀਪੇ ਨੂੰ, ਰਾਮਾਨੰਦ ਨੂੰ, ਸੂਰਦਾਸ ਨੂੰ, ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਲਿਆ। ਇੱਥੋਂ ਤੱਕ ਕਹਿ ਲਈਏ ਗਨਕਾ ਨੂੰ ਵੀ ਆਪਣੀ ਸ਼ਰਨ ਦੇ ਦਿੱਤੀ। ਰਾਮ ਰਾਮ ਜਪਦੀ ਮੁਕਤ ਹੋ ਗਈ। ਤੇ ਸੰਗਤ ਜੀ, ਅਸੀਂ ਵੀ ਗੁਰੂ ਤੋਂ ਮੁਕਤੀ ਮੰਗੀਏ। ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਸ਼ੁਭ ਕਰਮਾਂ ਤੋਂ ਕਦੇ ਵੀ ਨਾ ਟਲੀਏ। ਸੋ ਆਓ, ਅਰਦਾਸ ਬੇਨਤੀ ਦਾ ਸਮਾਂ ਹੋਇਆ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸੰਗਤ ਅਤੇ ਗੁਰੂ, ਗੁਰੂ ਅਤੇ ਸੰਗਤ ਬਖਸ਼ਣ ਯੋਗ। ਸੋ ਆਪ ਸਭ ਸੰਗਤ ਨੂੰ ਦੱਸ ਦਈਏ, ਕੱਲ੍ਹ ਦਾ ਦਿਨ ਹੋਰ ਸਪੀਕਰ ਨੀਚੇ ਵਾਲਾ ਅੰਦਰਲੇ, ਥੱਲੜੇ ਸਪੀਕਰ ਚਲਾ ਕੇ ਹੀ ਨਿਤਨੇਮ ਕਥਾ ਵਿਚਾਰ ਹੋਵੇਗੀ। ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਫਿਰ 2 ਸਪੀਕਰ ਛੋਟੇ ਜਿਹੇ ਪਿੰਡ 'ਚ ਚੱਲਦੇ ਵਧੀਆ ਨਹੀਂ ਲੱਗਦੇ। ਇਸ ਕਰਕੇ ਸੰਗਤ ਜੀ, ਆਪ ਸਭ ਸੰਗਤਾਂ ਨੇ ਆਪਣੇ ਸਮੇਂ ਦੇ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਵਾਹਿ